ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਦੀਪ ਧਾਲੀਵਾਲ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ, ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੀ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਬਚਪਨ ਤੋਂ ਹੀ ਅਸੀਂ ਸੁਣਦੇ ਆਏ ਸਾਂ ਕਿ ਸਾਡੇ ਟਿੱਬੀਆਂ ਵਾਲੇ ਖੇਤ ਵਿੱਚ ਖਜ਼ਾਨਾ ਦੱਬਿਆ ਹੋਇਆ ਹੈ, ਜਿਸ ਨੂੰ ਕੱਢਣ ਲਈ ਦਾਦੇ ਹੋਰੀ ਗੱਡੇ ਲੈ ਕੇ ਗਏ ਸੀ। ਪਰ ਖਜ਼ਾਨੇ ਉੱਪਰ ਮਾਇਆਧਾਰੀ ਨਾਗ ਫਿਰਦਾ ਹੋਣ ਕਰਕੇ ਨਹੀਂ ਕੱਢਿਆ ਗਿਆ ਸੀ। ਬਾਪੂ ਹੁਣੀ ਤਾਂ ਜ਼ਿਆਦਾ ਦੱਸਦੇ ਨਹੀਂ ਸੀ ਕੁਝ ਇਸ ਬਾਰੇ, ਪਰ ਮੇਰੀ ਦਾਦੀ ਤੇ ਮੰਮੀ ਜ਼ਰੂਰ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ। ਪਰ ਛੋਟੇ ਹੋਣ ਕਰਕੇ ਅਸੀਂ ਡੂੰਘਾਈ ਵਿੱਚ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪਰ ਜਿਵੇਂ ਸੁਣਿਆ ਸੀ, ਇਹ ਕਾਫੀ ਦਿਲਚਸਪ ਘਟਨਾ ਸੀ। ਇੱਕ ਦਿਨ ਰਾਤ ਸਮੇਂ ਲਾਈਟ ਭੱਜਣ ਕਰਕੇ ਸਾਰੇ ਵਿਹੜੇ ਵਿੱਚ ਬੈਠੇ ਸੀ। ਮੇਰੇ ਅਚਾਨਕ ਖਜ਼ਾਨੇ ਵਾਲੀ ਗੱਲ ਚੇਤੇ ਆ ਗਈ ਤਾਂ ਮੈਂ ਦਾਦੀ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਰੀ ਕਹਾਣੀ ਦੱਸੀ, ਜੋ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਲੱਗਾ। ਪੁਰਾਤਨ ਸਮੇਂ ਵਿੱਚ ਬੈਂਕ ਆਦਿ ਨਾ ਹੋਣ ਕਰਕੇ ਪੈਸੇ ਸੰਭਾਲਣ ਦਾ ਇੱਕੋ ਇੱਕ ਸਾਧਨ ਹੁੰਦਾ। ਇਸ ਨੂੰ ਕਿਸੇ ਕੁੱਜੇ ਜਾਂ ਘੜੇ ਵਿੱਚ ਪਾ ਕੇ ਖਾਸ ਥਾਂ 'ਤੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਸੀ, ਕਿਉਂਕਿ ਉਹਨਾਂ ਸਮਿਆਂ ਵਿੱਚ ਡਾਕੂਆਂ, ਲੁਟੇਰਿਆਂ ਆਦਿ ਵੱਲੋਂ ਲੁੱਟਾਂ ਖੋਹਾਂ ਆਮ ਗੱਲ ਸੀ। ਇਸ ਲਈ ਪੈਸੇ ਦੀ ਸੰਭਾਲ ਲਈ ਹੋਰ ਕੋਈ ਹੀਲਾ ਨਹੀਂ ਸੀ। ਜੇਕਰ ਕਿਸੇ ਸ਼ਾਹੂਕਾਰ ਜਾਂ ਜ਼ਮੀਂਦਾਰ ਨੂੰ ਪੈਸੇ ਜਮ੍ਹਾਂ ਕਰਵਾ ਦਿੰਦੇ ਤਾਂ ਉਹਨਾਂ ਕੋਲੋਂ ਵਾਪਸ ਲੈਣੇ ਵੀ ਸੁਖਾਲੇ ਨਹੀਂ ਸੀ। ਆਮ ਲੋਕਾਂ ਕੋਲ ਧਨ ਥੋੜ੍ਹਾ ਹੀ ਹੁੰਦਾ ਸੀ। ਉਸ ਨੂੰ ਕਿਸੇ ਕੁੱਜੇ ਵਿੱਚ ਪਾ ਕੇ ਘਰ ਦੇ ਹੀ ਕਿਸੇ ਖੂੰਜੇ ਵਿੱਚ ਦੱਬ ਦਿੱਤਾ ਜਾਂਦਾ ਸੀ। ਪਰ ਡਾਕੂ ਜਾਂ ਲੁਟੇਰੇ ਆਪਣਾ ਧਨ, ਸੋਨਾ ਚਾਂਦੀ ਜਾਂ ਜਵਾਹਰਾਤ ਕਿਸੇ ਖਾਸ ਥਾਂ 'ਤੇ ਘੜਿਆਂ ਵਿੱਚ ਪਾ ਕੇ ਦੱਬ ਦਿੰਦੇ ਸਨ। ਅਜਿਹੇ ਲੋਕਾਂ ਦੀ ਉਮਰ ਅਕਸਰ ਘੱਟ ਹੀ ਹੁੰਦੀ ਆ, ਕਿਸੇ ਨਾ ਕਿਸੇ ਮੁਕਾਬਲੇ ਵਿੱਚ ਮਾਰੇ ਜਾਂਦੇ ਸੀ। ਬਾਅਦ ਵਿੱਚ ਇਹਨਾਂ ਦਾ ਖਜ਼ਾਨਾ ਵੀ ਉੱਥੇ ਹੀ ਦੱਬਿਆ ਰਹਿ ਜਾਂਦਾ ਸੀ, ਜਿਹੜਾ ਸਮਾਂ ਪਾ ਕੇ ਮਿੱਟੀ ਆਦਿ ਪੁੱਟਣ ਕਰਕੇ ਆਮ ਲੋਕਾਂ ਦੇ ਹੱਥ ਲੱਗ ਜਾਂਦਾ ਸੀ। ਦਾਦੀ ਦੇ ਦੱਸਣ ਅਨੁਸਾਰ ਸਾਡੇ ਪਿੰਡ ਵਿੱਚ ਵੀ ਅਜਿਹੀਆਂ ਕਿੰਨੀਆਂ ਹੀ ਉਦਾਹਰਨਾਂ ਸੀ, ਜਿਨ੍ਹਾਂ ਨੂੰ ਘਰਾਂ ਦੀ ਨੀਂਹ ਪੁੱਟਣ ਵੇਲੇ ਜਾਂ ਖੇਤ ਵਿੱਚੋਂ ਕੋਈ ਪੁਰਾਣਾ ਦਰਖਤ ਪੁੱਟਣ ਵੇਲੇ ਖਜ਼ਾਨਾ ਮਿਲਿਆ ਹੋਵੇ। ਦਾਦੀ ਨੇ ਦੱਸਿਆ ਕਿ ਆਪਣੇ ਸਕਿਆਂ ਵਿੱਚੋਂ ਇੱਕ ਗੁਰਨਾਮ ਸਿੰਘ ਡਾਕੂ ਸੀ। ਗੁਰਨਾਮ ਸਿੰਘ ਰਿਸ਼ਤੇ ਵਿੱਚ ਮੇਰੇ ਡੈਡੀ ਹੋਰਾਂ ਦਾ ਬਾਬਾ ਲੱਗਦਾ ਸੀ। ਵੈਸੇ ਵੀ ਉਸ ਸਮੇਂ ਪਿੰਡ ਵਿੱਚ ਕਾਫੀ ਡਾਕੂ ਸਨ, ਜਿਨ੍ਹਾਂ ਕਰਕੇ ਪੁਰਾਣੇ ਸਮੇਂ ਵਿੱਚ ਪਿੰਡ ਕਾਫੀ ਮਸ਼ਹੂਰ ਸੀ। ਇਸ ਕਰਕੇ ਇਸ ਨੂੰ ਡਾਕੂਆਂ ਵਾਲੀ ਭੈਣੀ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ। ਗੁਰਨਾਮ ਸਿੰਘ ਕਾਫੀ ਤਕੜਾ ਡਾਕੂ ਸੀ। ਲੁੱਟਾਂ ਖੋਹਾਂ ਕਰਕੇ ਉਹ ਥੋੜ੍ਹੇ ਪੈਸੇ ਘਰ ਦਿੰਦਾ ਸੀ, ਬਾਕੀ ਉਹ ਸੰਭਾਲ ਦਿੰਦਾ ਸੀ। ਦੱਸਿਆ ਜਾਂਦਾ ਹੈ ਕਿ ਗੁਰਨਾਮ ਸਿੰਘ ਗਹਿਣੇ ਅਤੇ ਧਨ ਖੇਤ ਵਿੱਚ ਹੀ ਦੱਬਦਾ ਹੁੰਦਾ ਸੀ। ਇਸ ਬਾਰੇ ਹੋਰ ਕਿਸੇ ਨੂੰ ਪਤਾ ਨਹੀਂ ਸੀ, ਪਰ ਉਹਨੇ ਆਪਣੇ ਖਜ਼ਾਨੇ ਬਾਰੇ ਲਹਿਣੇ ਤਾਈ ਨੂੰ ਜ਼ਰੂਰ ਥੋੜ੍ਹਾ ਦੱਸਿਆ ਹੋਇਆ ਸੀ। ਲਹਿਣਾ ਤਾਇਆ ਉਸ ਸਮੇਂ ਮਸਾਂ 10-12 ਸਾਲ ਦਾ ਸੀ। ਕਾਫੀ ਸਮਾਂ ਬਾਅਦ 1970 ਦੇ ਦਹਾਕੇ ਦਰਮਿਆਨ ਸਾਡੇ ਪਰਿਵਾਰ ਵਾਲਿਆਂ ਨੇ ਖਜ਼ਾਨਾ ਲੱਭਣ ਦੀ ਥੋੜ੍ਹੀ ਬਹੁਤ ਕੋਸ਼ਿਸ਼ ਕੀਤੀ, ਪਰ ਕੁਝ ਹੱਥ ਨਾ ਲੱਗਾ। ਫਿਰ ਬਾਅਦ ਵਿੱਚ ਸਾਦਾ ਸੰਤਾਂ ਅਤੇ ਪੁੱਛਾ ਦੇਣ ਵਾਲਿਆਂ ਕੋਲੋਂ ਪਹੁੰਚ ਕੀਤੀ ਗਈ। ਸਾਰਿਆਂ ਹੀ ਖੇਤ ਖਜ਼ਾਨਾ ਹੋਣ ਦੀ ਪੁਸ਼ਟੀ ਕੀਤੀ, ਜਿਸ ਨਾਲ ਘਰਦਿਆਂ ਨੂੰ ਹੋਰ ਯਕੀਨ ਹੋ ਗਿਆ। ਇਹਨਾਂ ਸਮਿਆਂ ਵਿੱਚ ਘੱਟ ਪੜ੍ਹੇ ਲਿਖੇ ਹੋਣ ਕਰਕੇ ਲੋਕੀ ਅਜਿਹੇ ਲੋਕਾਂ ਦੇ ਆਮ ਤੌਰ 'ਤੇ ਬਹੁਤ ਵਿਸ਼ਵਾਸ ਕਰਦੇ ਸੀ। ਕਈ ਸਾਧਾਂ ਅਤੇ ਬਾਬਿਆਂ ਵੱਲੋਂ ਖਜ਼ਾਨੇ ਦੀ ਪੁਸ਼ਟੀ ਹੋਣ ਕਰਕੇ ਸਾਰਿਆਂ ਵਿੱਚ ਖਜ਼ਾਨੇ ਪ੍ਰਤੀ ਉਤਸੁਕਤਾ ਵੱਧ ਗਈ। ਪਰ ਸਮੱਸਿਆ ਇਹ ਸੀ ਕਿ ਪੂਰੇ ਖੇਤ ਵਿੱਚੋਂ ਖਜ਼ਾਨਾ ਲੱਭਿਆ ਕਿਵੇਂ ਜਾਏ। ਇਸ ਕੰਮ ਲਈ ਮੋੜਾਂ ਵਾਲੇ ਫੁੱਫੜ ਨੇ ਦੱਸਿਆ ਕਿ ਉਹ ਬਰਨਾਲੇ ਨੇੜਲੇ ਪਿੰਡ ਦੇ ਇੱਕ ਸਿਆਣੇ ਨੂੰ ਜਾਣਦਾ ਹੈ, ਜਿਹੜਾ ਆਪਾਂ ਨੂੰ ਦੱਸ ਸਕਦਾ ਖੇਤ ਵਿੱਚ ਖਜ਼ਾਨਾ ਕਿੱਥੇ ਹੈ। ਸਾਰੇ ਸਹਿਮਤ ਹੋ ਗਏ ਕਿ ਉਸ ਸਿਆਣੇ ਨੂੰ ਬੁਲਾਇਆ ਜਾਵੇ। ਇਹ ਘਟਨਾ ਸੰਨ 1999 ਦੀ ਹੈ। ਆਖਿਰ ਖਜ਼ਾਨਾ ਪੁੱਟਣ ਦਾ ਦਿਨ ਨਿਯਤ ਕਰ ਲਿਆ ਗਿਆ। ਖਜ਼ਾਨਾ ਪੁੱਟਣ ਲਈ ਕਈਆਂ ਬੱਠਲ ਆਦਿ ਤਿਆਰ ਕਰ ਲਏ ਗਏ। ਸ਼ਾਮ ਦੇ ਸਮੇਂ ਫੁੱਫੜ ਜੀ ਉਸ ਪੁੱਛਾ ਦੇਣ ਵਾਲੇ ਬਾਬੇ ਨੂੰ ਲੈ ਕੇ ਘਰ ਆ ਗਏ। ਸਮੇਂ ਦੇ ਹਿਸਾਬ ਨਾਲ ਸਾਡਾ ਪਰਿਵਾਰ ਅਲੱਗ ਹੋਣ ਕਰਕੇ 3 ਘਰਾਂ ਵਿੱਚ ਵੰਡਿਆ ਜਾ ਚੁੱਕਾ ਸੀ, ਪਰ ਇਸ ਸਾਰੀ ਗਤੀਵਿਧੀ ਦਾ ਕੇਂਦਰ ਸਾਡਾ ਘਰ ਹੀ ਸੀ। ਉਸ ਬਾਬੇ ਦੇ ਕਹਿਣ 'ਤੇ ਉਸ ਬਾਬੇ ਲਈ ਸ਼ਰਾਬ ਦਾ ਪ੍ਰਬੰਧ ਵੀ ਮੇਰੇ ਤਾਏ ਵੱਲੋਂ ਕੀਤਾ ਗਿਆ। ਖਜ਼ਾਨਾ ਪੁੱਟਣ ਦੀ ਸਾਰੀ ਕਾਰਵਾਈ ਰਾਤ ਸਮੇਂ ਕਰਨ ਦਾ ਪਲਾਨ ਬਣਾਇਆ ਗਿਆ ਸੀ। ਰਾਤ ਹੋਣ 'ਤੇ ਤਕਰੀਬਨ 9 ਵਜੇ ਤਿੰਨੇ ਪਰਿਵਾਰਾਂ ਦੇ ਬੰਦੇ ਇਕੱਠੇ ਹੋ ਕੇ 2 ਬਲਦਾਂ ਵਾਲੀ ਰੇਹੜੀ ਵਿੱਚ ਸਮਾਨ, ਕਈਆਂ ਤਾਂਸਲੇ, ਪੱਲੀਆਂ, ਖੇਸੀਆਂ ਅਤੇ ਹੋਰ ਫੁਟਕਲ ਸਮਾਨ ਰੱਖ ਕੇ
ਖੇਤ ਵੱਲ ਨੂੰ ਚੱਲ ਪੈਂਦੇ ਹਨ। ਇਹ 2 ਬਲਦ ਵਾਲੀ ਰੇਹੜੀ ਮੈਂ ਵੀ ਵੇਖੀ ਸੀ, ਜਿਸ ਦੇ ਅੱਗੇ 2 ਬਲਦ ਜੁੜਦੇ ਹਨ। ਇਸ 'ਤੇ ਬਹੁਤ ਸਾਰਾ ਪਿੱਤਲ ਲਗਾ ਕੇ ਸਜਾਇਆ ਹੋਇਆ ਸੀ। ਦੇਖਣ ਵਿੱਚ ਵੀ ਕਾਫੀ ਮਜ਼ਬੂਤ ਦਿਖਾਈ ਦਿੰਦੀ ਸੀ। ਜਦੋਂ ਸਾਡਾ ਪਰਿਵਾਰ ਅਲੱਗ ਹੋਇਆ ਤਾਂ ਬਾਹਰ ਵਾਲਾ ਘਰ ਬਣਾਉਣ ਵੇਲੇ ਇਸ ਰੇਹੜੀ ਨੂੰ ਵੇਚ ਦਿੱਤਾ ਸੀ। ਖੈਰ, ਪਿੰਡਾਂ ਵਿੱਚ ਆਮ ਤੌਰ 'ਤੇ ਸਾਰੇ ਲੋਕੀ ਜਲਦੀ ਸੌਂ ਜਾਂਦੇ ਸਨ, ਇਸ ਲਈ ਕਿਸੇ ਨੇ ਖੇਤ ਜਾਂਦਿਆਂ ਨਹੀਂ ਵੇਖਿਆ। ਉੱਥੇ ਪਹੁੰਚ ਕੇ ਸਾਧ ਨੇ ਸਾਰੇ ਖੇਤ ਵਿੱਚ ਗੇੜਾ ਲਾਇਆ, ਨਾਲੇ ਮੂੰਹ ਵਿੱਚ ਕੋਈ ਮੰਤਰ ਪੜ੍ਹ ਰਿਹਾ ਸੀ। ਕੁਲਾੜੇ ਵਾਲੀ ਸਾਈਡ ਆ ਕੇ ਉਹ ਰੁਕ ਗਿਆ। ਉੱਥੇ ਉਸਨੇ ਸਮਾਨ ਰਖਵਾ ਲਿਆ। ਮੰਜੇ 'ਤੇ ਬੈਠ ਕੇ ਪਹਿਲਾਂ ਦਾਰੂ ਦੇ 2 ਪੈਗ ਮਾਰੇ, ਫਿਰ ਇੱਕ ਥਾਲ ਵਿੱਚ ਧੂਫ ਲਗਾ ਕੇ ਬੈਠ ਗਿਆ। ਸਾਰੇ ਚੁੱਪਚਾਪ ਇਹ ਸਭ ਵੇਖ ਰਹੇ ਸੀ। ਕੁਝ ਚਿਰ ਬਾਅਦ ਧੂਪ ਦੀ ਰਾਖ ਮੋਦਨ ਬਾਈ ਦੇ ਖੇਤ ਵਾਲੀ ਸਾਈਡ ਨੂੰ ਡਿੱਗੀ ਤਾਂ ਸਾਧ ਇੱਕ ਮੰਜੇ ਤੋਂ ਉੱਠਿਆ ਤੇ ਆਖਣ ਲੱਗਾ, ਲੱਭ ਗਿਆ ਖਜ਼ਾਨਾ। ਇੰਨਾ ਸੁਣ ਕੇ ਸਾਰੇ ਉਤਸੁਕਤਾ ਨਾਲ ਇਕੱਠੇ ਹੋ ਗਏ। ਸਾਧ ਨੇ ਮੰਜੇ ਤੋਂ ਮੋਦਨ ਦੇ ਖੇਤ ਵੱਲ ਨੂੰ ਕੁਝ ਕਰਮਾਂ 'ਤੇ ਜਾ ਕੇ ਪੈਰ ਨਾਲ ਨਿਸ਼ਾਨ ਲਾਉਂਦੇ ਹੋਏ ਆਖਿਆ, ਇੱਥੇ ਹੈ, ਪੱਟੋ। ਮੇਰੇ ਪਿਤਾ ਜੀ ਹੁਣੀ ਇੱਕ ਦੂਜੇ ਨਾਲੋਂ ਅੱਗੇ ਹੋ ਕੇ ਪੱਟ ਰਹੇ ਸਨ। 1-2 ਪਲਾਂ ਵਿੱਚ ਕਿੰਨੀ ਜ਼ਮੀਨ ਪੁੱਟ ਦਿੱਤੀ। ਕਾਫੀ ਡੂੰਘਾਈ 'ਤੇ ਪਹੁੰਚਣ 'ਤੇ ਕੁਝ ਵੀ ਨਾ ਮਿਲਣ 'ਤੇ ਸਾਧ ਨੇ ਦੁਬਾਰਾ ਧੂਪ ਲਗਾ ਕੇ ਦੂਸਰੇ ਪਾਸੇ ਜ਼ਮੀਨ ਪੁੱਟਣ ਲਈ ਕਿਹਾ। ਇਸੇ ਤਰ੍ਹਾਂ 4-5 ਵਾਰੀ ਹੋਇਆ, ਪਰ ਖਜ਼ਾਨਾ ਨਹੀਂ ਲੱਭ ਰਿਹਾ ਸੀ। ਫਿਰ ਕਿੱਕਰ ਵਾਲੇ ਧੌੜੇ ਮਿੱਟੀ ਦਾ ਵੱਡਾ ਢੇਰ ਨੂੰ ਵੀ ਪੁੱਟ ਕੇ ਵੇਖਿਆ, ਪਰ ਇੱਥੇ ਵੀ ਕੁਝ ਨਾ ਪ੍ਰਾਪਤ ਹੋਇਆ। ਹੁਣ ਖਜ਼ਾਨੇ ਦੀ ਲਾਲਸਾ ਦਾ ਜੋਸ਼ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ। ਉਧਰ ਮੇਰੇ ਦਾਦਾ ਜੀ ਦਾ ਪਾਰਾ ਵਧ ਰਿਹਾ ਸੀ, ਪਰ ਫੁੱਫੜ ਜੀ ਹੋਰਾਂ ਨੇ ਉਹਨਾਂ ਨੂੰ ਠੰਡੇ ਰੱਖਿਆ ਹੋਇਆ ਸੀ। ਉਧਰ ਘਰ ਵਿੱਚ ਦਾਦੀ, ਮੰਮੀ ਤੇ ਚਾਚੀਆਂ ਤਾਈਆਂ ਸਾਰੀ ਰਾਤ ਨੂੰ ਜਾਗਦੀਆਂ ਹੀ ਬੈਠੀਆਂ ਖਜ਼ਾਨੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਸਨ। ਕੋਈ ਵੀ ਸੌਣ ਨੂੰ ਤਿਆਰ ਨਹੀਂ ਸੀ, ਕਿਉਂਕਿ ਸਾਰਿਆਂ ਨੇ ਖਜ਼ਾਨਾ ਕਹਾਣੀਆਂ ਵਿੱਚ ਸੁਣਿਆ ਸੀ, ਪਰ ਅਸਲ ਵਿੱਚ ਨਹੀਂ ਵੇਖਿਆ ਸੀ। ਇਸ ਲਈ ਉਹਨਾਂ ਨੂੰ ਖਜ਼ਾਨਾ ਦੇਖਣ ਦੀ ਉਤਸੁਕਤਾ ਵੀ ਸੀ ਤੇ ਦੂਸਰਾ ਉਹਨਾਂ ਨੂੰ ਖਜ਼ਾਨੇ ਵਿੱਚੋਂ ਨਿਕਲਣ ਵਾਲੇ ਗਹਿਣਿਆਂ ਦੀ ਲਾਲਸਾ ਵੀ ਸੀ। ਕੋਈ ਵਾਹ ਨਾ ਚੱਲਦੀ ਵੇਖ ਸਾਧ ਅਜੀਬ ਜਿਹੇ ਦਿਖਾਵੇ ਕਰ ਰਿਹਾ ਸੀ। ਉਹ ਅਜਿਹਾ ਦਿਖਾ ਰਿਹਾ ਸੀ ਜਿਵੇਂ ਕਿਸੇ ਦੇਵੀ ਸ਼ਕਤੀ ਨਾਲ ਗੱਲ ਕਰ ਰਿਹਾ ਹੋਵੇ ਤੇ ਪੈਗ ਲਾਉਣ ਦੀ ਸਪੀਡ ਉਸਦੀ ਬਰਾਬਰ ਚੱਲ ਰਹੀ ਸੀ। ਪੌਣੀ ਬੋਤਲ ਪੀ ਚੁੱਕਾ ਸੀ। ਰਹਿੰਦੀ ਸ਼ਰਾਬ ਇੱਕੋ ਪੈਗ ਵਿੱਚ ਪਾ ਕੇ ਪੀਣ ਤੋਂ ਬਾਅਦ ਫਿਰ ਬੋਲਿਆ, ਹੁਣ ਮਿਲਿਆ ਅਸਲੀ ਟਿਕਾਣਾ ਤਾਂ। ਆਖ ਕੇ ਉਹ ਮੋਟਰ ਵਾਲੀ ਸਾਈਡ ਜਾ ਕੇ ਇੱਕ ਥਾਂ 'ਤੇ ਆਖਣ ਲੱਗਾ, ਇੱਥੇ ਪੁੱਟੋ। ਮੇਰੇ ਪਾਪਾ ਤੇ ਕੋਲੂ ਚਾਚਾ ਪੁੱਟਣ ਲੱਗੇ। ਦਾਦਾ ਜੀ ਹੋਰੀ ਵੀ ਉੱਥੇ ਕੋਲ ਬੈਠ ਗਏ। ਸਵੇਰ ਦੇ 3 ਵੱਜ ਚੁੱਕੇ ਸੀ। ਕਾਫੀ ਥਾਂ ਪੁੱਟਣ ਤੋਂ ਬਾਅਦ ਫਿਰ ਕੁਝ ਨਾ ਮਿਲਿਆ, ਪਰ ਸਾਧ ਜ਼ੋਰ ਪਾ ਰਿਹਾ ਸੀ ਕਿ ਇੱਥੇ ਹੀ ਹੈ। ਸਾਧੂ ਤਾਈ ਹੋਰਾਂ ਨਾਲ ਵਾਲੇ ਥਾਵਾਂ ਤੋਂ ਵੀ ਪੁੱਟਣਾ ਸ਼ੁਰੂ ਕਰ ਦਿੱਤਾ, ਪਰ ਕਾਫੀ ਚਿਰ ਪੁੱਟਣ ਤੋਂ ਬਾਅਦ ਕੁਝ ਵੀ ਨਾ ਨਿਕਲਣ ਕਰਕੇ ਸਾਰੇ ਰੁਕ ਗਏ। ਕੁਝ ਨਾ ਬਣਦਾ ਵੇਖ ਸਾਧ ਆਖਣ ਲੱਗਾ, ਇਸ ਦਾ ਮਤਲਬ ਖਜ਼ਾਨੇ ਤੇ ਮਣੀ ਵਾਲੇ ਸੱਪ ਦਾ ਵਾਸਾ ਹੈ। ਉਹ ਖਜ਼ਾਨੇ ਨੂੰ ਜ਼ਮੀਨ ਵਿੱਚ ਕਿਸੇ ਹੋਰ ਪਾਸੇ ਲੈ ਗਿਆ। ਐਨੀ ਗੱਲ ਸੁਣ ਕੇ ਦਾਦੇ ਨੇ ਲਾਹੀ ਪੈਰ 'ਚੋਂ ਜੁੱਤੀ ਤੇ ਸਾਧ ਦੇ ਸਿਰ 'ਚ 3-4 ਜੜ ਦਿੱਤੀਆਂ। ਸਾਧ ਉੱਠ ਕੇ ਭੱਜ ਲਿਆ। ਖੇਤ 'ਚ ਸਾਧ ਅੱਗੇ, ਦਾਦਾ ਜੀ ਜੁੱਤੀ ਲੈ ਕੇ ਉਹਦੇ ਪਿੱਛੇ। ਸ਼ਰਾਬ ਪੀਤੀ ਹੋਣ ਕਰਕੇ ਸਾਧ ਡਿੱਗ ਪਿਆ ਤਾਂ ਦਾਦਾ ਜੀ ਨੇ 5-7 ਹੋਰ ਧਰੀਆਂ, ਨਾਲੇ ਗਾਲਾਂ ਕੱਢੀਆਂ। ਫੁੱਫੜ ਜੀ ਤੇ ਪਾਪੇ ਹੁਰਾਂ ਨੇ ਦਾਦੀ ਨੂੰ ਫੜਿਆ ਤੇ ਫੁੱਫੜ ਜੀ ਨੇ ਸਾਧ ਨੂੰ ਭਜਾ ਦਿੱਤਾ। ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਜਾਣ ਕਰਕੇ ਸਾਰੇ ਹੀ ਕਾਫੀ ਨਿਰਾਸ਼ ਸਨ। ਖਜ਼ਾਨੇ ਦੀ ਆਸ ਵਿੱਚ ਮਿੰਟਾਂ ਵਿੱਚ ਪੁੱਟੇ ਹੋਏ ਟੋਏ ਹੁਣ ਭਰਨੇ ਬਹੁਤ ਔਖੇ ਲੱਗ ਰਹੇ ਸਨ। ਟੋਏ ਭਰ ਕੇ ਸਾਰਾ ਸਮਾਨ ਇਕੱਠਾ ਕਰਕੇ ਘਰ ਵਾਪਸ ਚੱਲ ਪਏ। ਘਰ ਪਹੁੰਚੇ ਤਾਂ ਘਰ ਦੀਆਂ ਸਾਰੀਆਂ ਔਰਤਾਂ ਭੱਜ ਕੇ ਦਰਵਾਜ਼ਾ ਖੋਲ੍ਹਣ ਲਈ ਆਈਆਂ, ਪਰ ਬਾਪੂ ਹੁਰਾਂ ਦੇ ਨਿਰਾਸ਼ ਚਿਹਰੇ ਦੇਖ ਕੇ ਉਹਨਾਂ ਦੀਆਂ ਉਮੀਦਾਂ ਵੀ ਚਕਨਾਚੂਰ ਹੋ ਗਈਆਂ। ਦਾਦਾ ਜੀ ਅਜੇ ਵੀ ਭੱਖੇ ਹੋਏ ਸੀ। ਉਹ ਦਾਦੀ 'ਤੇ ਆਪਣਾ ਗੁੱਸਾ ਉਤਾਰ ਰਹੇ ਸੀ। ਦਾਦਾ ਜੀ ਵੈਸੇ ਬਹੁਤ ਸ਼ਰੀਫ ਇਨਸਾਨ ਸਨ। ਉਹਨਾਂ ਦਾ ਨਿਮਰਤਾ ਵਾਲਾ ਸੁਭਾਅ ਸੀ, ਜਿਸ ਕਰਕੇ ਸਾਰਿਆਂ ਵਿੱਚ ਉਹਨਾਂ ਦਾ ਵਧੀਆ ਸਤਿਕਾਰ ਸੀ। ਇਸੇ ਕਰਕੇ ਉਹਨਾਂ ਦੀ ਪੂਰੀ ਉਮਰ ਵਿੱਚ ਕਿਸੇ ਨਾਲ ਲੜਾਈ ਨਹੀਂ ਹੋਈ ਸੀ, ਸਿਵਾਏ ਸਾਧ ਦੀ ਪਰੇਡ ਕਰਨ ਤੋਂ। ਸੁਣਨ ਵਿੱਚ ਆਉਂਦਾ ਹੈ ਕਿ ਗੁਰਨਾਮ ਸਿੰਘ ਨਾਭੇ ਵਾਲੇ ਪਾਸੇ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਸ ਦੇ ਕਾਰਨਾਮਿਆਂ ਕਰਕੇ ਪਿੰਡ ਦੇ ਕੁਝ ਬੰਦਿਆਂ ਨੂੰ ਖਜ਼ਾਨਾ ਹੋਣ ਬਾਰੇ ਸ਼ੱਕ ਸੀ, ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਦੇ 2 ਸਕੇ ਭਰਾ ਵੀ ਸਨ।
ਉਹ ਦੋਵੇਂ ਭਰਾ ਕਾਫੀ ਚਤਰ ਚਲਾਕ ਸਨ। ਉਹ ਖਜ਼ਾਨੇ ਦੀ ਜਾਣਕਾਰੀ ਲੈਣ ਲਈ ਸਾਡੇ ਪਰਿਵਾਰ ਨਾਲ ਨੇੜਤਾ ਬਣਾ ਕੇ ਰੱਖਦੇ ਸਨ। ਲਹਿਣਾ ਤਾਈ ਛੋਟਾ ਹੋਣ ਕਰਕੇ ਉਹ ਅਕਸਰ ਹੀ ਗੁਰਨਾਮ ਦੇ ਲੁੱਟ ਦੇ ਧਨ ਬਾਰੇ ਪੁੱਛਦੇ ਰਹਿੰਦੇ ਸਨ। ਪਹਿਲਾਂ ਤਾਂ ਉਸਨੇ ਕੁਝ ਨਹੀਂ ਦੱਸਿਆ, ਫਿਰ ਉਸ ਦੀਆਂ ਗੱਲਾਂ ਤੋਂ ਦੋਵੇਂ ਭਰਾਵਾਂ ਨੂੰ ਸ਼ੱਕ ਸੀ ਕਿ ਇਸ ਨੂੰ ਕੁਝ ਪਤਾ ਹੈ। ਉਹਨਾਂ ਨੇ ਇੱਕ ਦਿਨ ਲਹਿਣੇ ਤਾਈ ਨੂੰ ਦੇਵਾਣੀਏ ਦੀ ਹੱਟੀ ਤੋਂ ਖਾਣ ਵਾਲਾ ਸਮਾਨ ਦਵਾ ਕੇ ਪੁੱਛਿਆ ਕਿ ਇੰਨਾ ਤਾਂ ਦੱਸ ਦੇ, ਡਾਕੂ ਘਰ ਕਹਿੰਦਾ ਕੀ ਹੁੰਦਾ ਸੀ। ਤਾਂ ਲਹਿਣੇ ਤਾਈ ਨੇ ਦੱਸਿਆ ਕਿ ਉਹ ਇੰਨਾ ਹੀ ਆਖਦਾ ਹੁੰਦਾ ਸੀ ਕਿ ਜਦੋਂ ਪੈਸਿਆਂ ਦੀ ਲੋੜ ਹੋਈ ਤਾਂ ਖੇਤ ਧੌੜੇ ਵਾਲੀ ਕਿੱਕਰ ਪੁੱਟ ਲੈਣਾ। ਦੋਵੇਂ ਸ਼ਾਤਰ ਭਰਾ ਇਸ ਗੱਲ ਤੋਂ ਸਮਝ ਗਏ ਕਿ ਖਜ਼ਾਨਾ ਕਿੱਕਰ ਦੇ ਹੇਠਾਂ ਹੀ ਹੈ। ਉਹਨਾਂ ਨੇ ਖਜ਼ਾਨਾ ਚੋਰੀ ਕਰਨ ਲਈ ਸਕੀਮ ਲਗਾਈ ਤੇ ਕਿੱਕਰ ਪੁੱਟਣ ਲਈ ਚਮੜੇ ਦਾ ਕੰਮ ਕਰਨ ਵਾਲੇ ਇੱਕ ਪਿੰਡ ਦੇ ਹੀ ਵਿਅਕਤੀ ਨੂੰ ਨਾਲ ਰਲਾ ਲਿਆ, ਜਿਸ ਕਾਰਨ ਚਮੜੇ ਨੂੰ ਰੰਗਣ ਲਈ ਕਿੱਕਰ ਨੂੰ ਬਹਾਨੇ ਨਾਲ ਪੁੱਟ ਲਿਆ, ਜਿਸ ਨਾਲ ਕਿਸੇ ਨੂੰ ਸ਼ੱਕ ਵੀ ਨਾ ਹੋਇਆ। ਇਸ ਤਰੀਕੇ ਉਹਨਾਂ ਨੇ ਖਜ਼ਾਨਾ ਚੋਰੀ ਵੀ ਕਰ ਲਿਆ ਤੇ ਕਿਸੇ ਨੂੰ ਭਿਣਕ ਵੀ ਨਾ ਪੈਣ ਦਿੱਤੀ। ਇਸ ਖਜ਼ਾਨੇ ਵਿੱਚ ਸੋਨੇ ਚਾਂਦੀ ਦੇ ਗਹਿਣੇ, ਸਿੱਕੇ ਆਦਿ ਸੀ, ਜਿਸ ਵਿੱਚ ਥੋੜ੍ਹੇ ਗਹਿਣੇ ਕਿੱਕਰ ਪੁੱਟਣ ਵਾਲੇ ਨੂੰ ਵੀ ਦਿੱਤੇ ਗਏ, ਜਿਸ ਨੇ ਬਾਅਦ ਵਿੱਚ 3 ਏਕੜ ਜ਼ਮੀਨ ਵੀ ਖਰੀਦ ਲਈ ਸੀ, ਜਦ ਕਿ ਉਹਨਾਂ ਕੋਲ ਪਹਿਲਾਂ ਕੋਈ ਜ਼ਮੀਨ ਨਹੀਂ ਸੀ। ਹਾਲਾਂਕਿ ਉਹਨਾਂ ਦੇ ਸਕੇ ਸੰਬੰਧੀਆਂ ਕੋਲ ਵੀ ਜ਼ਮੀਨ ਨਹੀਂ ਸੀ। ਦੋਵੇਂ ਭਰਾਵਾਂ ਨੇ ਹੋਰ ਕਿਸੇ ਨੂੰ ਇਸ ਬਾਰੇ ਭਿਣਕ ਵੀ ਨਾ ਲੱਗਣ ਦਿੱਤੀ, ਜਿਸ ਕਰਕੇ ਖੇਤ ਵਿੱਚ ਖਜ਼ਾਨੇ ਬਾਰੇ ਲੰਮਾ ਸਮਾਂ ਸਸਪੈਂਸ ਬਣਿਆ ਰਿਹਾ। ਇਸ ਘਟਨਾ ਤੋਂ ਬਾਅਦ ਖਜ਼ਾਨੇ ਦੀ ਉਮੀਦ ਲਗਭਗ ਖਤਮ ਹੋ ਚੁੱਕੀ ਸੀ, ਪਰ ਕਿਤੇ ਨਾ ਕਿਤੇ ਖਜ਼ਾਨਾ ਸਾਡੇ ਪਰਿਵਾਰ ਦੇ ਮਨ ਵਿੱਚ ਜਿਉਂਦਾ ਸੀ, ਕਿਉਂਕਿ ਕਿੱਕਰ ਵਾਲਾ ਧੌੜਾ ਅਜੇ ਵੀ ਖੇਤ 'ਚ ਮੌਜੂਦ ਸੀ। ਇਹ ਵੀ ਸੁਣਨ ਵਿੱਚ ਆਇਆ ਕਿ ਮੇਰੇ ਇੱਕ ਚਾਚੇ ਨੇ ਬਾਅਦ ਵਿੱਚ ਕੋਈ ਹੋਰ ਸਾਧ ਲਿਆ ਕੇ ਵੀ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਵੀ ਅਸਫਲ ਹੀ ਰਿਹਾ ਸੀ। ਬੇਸ਼ੱਕ ਸਮੇਂ ਨਾਲ ਸਾਡੇ ਪਰਿਵਾਰ ਨੂੰ ਯਕੀਨ ਹੋ ਗਿਆ ਸੀ ਕਿ ਖਜ਼ਾਨਾ ਉਹਨਾਂ ਵਿਅਕਤੀਆਂ ਦੇ ਹੱਥ ਲੱਗ ਚੁੱਕਾ ਹੈ, ਪਰ ਫਿਰ ਵੀ ਜਦੋਂ ਕਦੇ ਘਰ ਵਿੱਚ ਡੰਗਰਾਂ ਲਈ ਮਿੱਟੀ ਲੈ ਕੇ ਆਉਣੀ ਹੁੰਦੀ ਸੀ ਤਾਂ ਕੇਵਲ ਘਰ ਦੇ ਮੈਂਬਰ ਹੀ ਜਾਂਦੇ ਸਨ। ਵਿਚਾਰ ਇਹ ਸੀ ਕਿ ਸ਼ਾਇਦ ਕਿਤੇ ਕੁਝ ਮਿਲ ਜਾਵੇ। ਸਮਾਂ ਪਾ ਕੇ ਜਦੋਂ ਸਾਡਾ ਪਰਿਵਾਰ ਅਲੱਗ ਹੋਇਆ ਤਾਂ ਉਹ ਧੌੜਾ ਸਾਂਝਾ ਹੀ ਰੱਖਿਆ ਗਿਆ। ਕੁਝ ਸਾਲ ਪਹਿਲਾਂ ਜ਼ਮੀਨ ਦਾ ਵਟਾਂਦਰਾ ਕਰਨ ਸਮੇਂ ਇਹ ਧੌੜਾ ਮੇਰੇ ਚਾਚੇ ਦੇ ਹਿੱਸੇ ਆ ਗਿਆ ਤਾਂ ਇਸ ਦੀ ਮਿੱਟੀ ਚੁੱਕਣ ਦਾ ਫੈਸਲਾ ਕੀਤਾ ਗਿਆ। ਉਦੋਂ ਮੈਂ ਵੀ ਛੁੱਟੀ ਲੈ ਕੇ ਨਾਲ ਲੱਗ ਰਿਹਾ। ਇਹ ਮਿੱਟੀ ਚੁੱਕ ਕੇ ਘਰ ਸੁੱਟੀ ਗਈ, ਪਰੰਤੂ ਖਜ਼ਾਨੇ ਦਾ ਕੋਈ ਵੀ ਸਬੂਤ ਨਾ ਮਿਲਿਆ। ਪੁਰਾਣਾ ਧੌੜਾ ਹੋਣ ਕਰਕੇ ਇੱਥੇ ਮਿੱਟੀ 'ਚ ਰਹਿਣ ਵਾਲੇ ਜਾਨਵਰ, ਸੱਪ, ਚੂਹੇ ਆਦਿ ਬਹੁਤ ਮਿਲੇ। ਘਰ ਜਿਹੜੀ ਮਿੱਟੀ ਸੁੱਟੀ ਸੀ ਉਸ ਵਿੱਚ ਸ਼ਾਇਦ ਸੱਪਣੀ ਦੇ ਆਂਡੇ ਵੀ ਆ ਗਏ ਸੀ, ਕਿਉਂਕਿ ਰੋਜ਼ਾਨਾ ਘਰ ਵਿੱਚ ਛੋਟੇ-ਛੋਟੇ ਸੱਪ ਮਿਲਣ ਲੱਗ ਪਏ ਸਨ। ਅਸੀਂ ਕੁਝ ਦਿਨਾਂ ਤੱਕ ਰੋਜ਼ ਹੀ 2-3 ਸੱਪ ਮਾਰਦੇ ਰਹੇ, ਜਿਸ ਨਾਲ ਘਰ ਵਿੱਚ ਡਰ ਵਾਲਾ ਮਾਹੌਲ ਵੀ ਬਣ ਗਿਆ ਸੀ। ਪਰ ਕੁਝ ਦਿਨਾਂ ਬਾਅਦ ਵਿੱਚ ਇਹ ਸਭ ਰੁਕ ਗਿਆ ਸੀ। ਇਸ ਤਰ੍ਹਾਂ ਮੇਰੇ ਪਰਿਵਾਰ ਦਾ 5 ਦਹਾਕਿਆਂ ਤੋਂ ਚੱਲਿਆ ਆ ਰਿਹਾ ਸਸਪੈਂਸ ਖਤਮ ਹੋਇਆ, ਜਿਸ ਦੇ ਆਸਰੇ ਅਸੀਂ ਕਿੰਨੇ ਹੀ ਸੁਪਨੇ ਸਜਾਈ ਬੈਠੇ ਸੀ। ਪਰ ਆਖਿਰ ਇਹ ਸਮਝਣ ਨੂੰ ਵੀ ਮਿਲਿਆ ਕਿ ਸੁਪਨੇ ਤਾਂ ਮਿਹਨਤ ਨਾਲ ਹੀ ਪੂਰੇ ਕੀਤੇ ਜਾ ਸਕਦੇ ਹਨ। ਇਹਨਾਂ ਖ਼ੁਆਬਾਂ ਦੀ ਦੁਨੀਆ ਦੀ ਬੁਨਿਆਦ ਬਹੁਤੀ ਲੰਮੇਰੀ ਨਹੀਂ ਹੁੰਦੀ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ, ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ